वाहिगुरु जी का खालसा वाहिगुरु जी की फतेह। 1 जून तो 6 जून साल 1984 ਦੇ ਉਹ ਦਿਨ ਨੇ ਜਦੋਂ ਸੱਚਖੰਡ श्री दरबार ਸਾਹਿਬ ਅਤੇ ਦਰਬਾਰ ਸਾਹਿਬ ਦੇ ਸਾਹਮਣੇ ਸਿੱਖ ਸ਼ਕਤੀ ਦੇ ਸੋਮੇ श्री अकाल तख्त साहिब जी ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਜਦੋਂ श्री दरबार ਸਾਹਿਬ ਉੱਤੇ ਭਾਰਤੀ ਫੌਜ ਦਾ ਹਮਲਾ ਹੋਇਆ ਹੈ, ਭਾਰਤੀ ਸਰਕਾਰ ਅਤੇ ਜਿਹੜੇ ਬ੍ਰਾਹਮਣਵਾਦੀ ਆਗੂ ਸਨ ਉਹਨਾਂ ਨੇ ਸ਼ਾਇਦ ਇਹ ਅੰਦਾਜ਼ਾ ਵੀ ਨਹੀਂ ਸੀ ਲਾਇਆ ਕਿ ਦਰਬਾਰ ਸਾਹਿਬ ਉੱਤੇ ਫੌਜ ਦੇ ਹਮਲੇ ਅਤੇ ਉਹਦੇ ਤੋਂ ਬਾਅਦ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਤੋਂ ਬਾਅਦ ਸਿੱਖ ਕੌਮ ਦਾ ਜੋ ਪ੍ਰਤੀਕਰਮ ਹੋਵੇਗਾ, ਹਿੰਦੂ ਲੋਕਾਂ ਦੇ ਮਨ ਅੰਦਰ ਉਸ ਪ੍ਰਤੀਕਰਮ ਦੇ ਬਾਰੇ ਕੋਈ ਵੀ ਥਾਂ ਨਹੀਂ ਸੀ। ਉਹਦਾ ਕਾਰਨ ਇਹ ਸੀ ਬਈ ਉਹਨਾਂ ਲੋਕਾਂ ਨੇ ਸਿੱਖਾਂ ਦੇ ਧਾਰਮਿਕ ਅਸਥਾਨ ਨੂੰ, ਕੇਂਦਰੀ ਅਸਥਾਨ ਨੂੰ ਵੀ ਕੇਵਲ ਆਪਣੇ ਉਹਨਾਂ ਮੰਦਰਾਂ ਵਰਗਾ ਹੀ ਸਮਝਿਆ ਸੀ ਜਿਨ੍ਹਾਂ ਨੂੰ ਕਈ ਵਾਰੀ ਲੁੱਟਿਆ ਗਿਆ, ਕਈ ਵਾਰੀ ਤੋੜਿਆ ਗਿਆ। ਪਰ ਇਹਦੇ ਜਵਾਬ ਦੇ ਅੰਦਰ ਇਹਨਾਂ ਲੋਕਾਂ ਨੇ ਹਮਲਾਵਰਾਂ ਦਾ ਕੋਈ ਵੀ ਜਵਾਬ ਨਹੀਂ ਸੀ ਦਿੱਤਾ। ਇਤਿਹਾਸ ਦੇ ਅੰਦਰ ਇਹ ਗੱਲ ਲਿਖੀ ਹੋਈ ਹੈ ਕਿ ਸੋਮਨਾਥ ਦਾ ਜੋ ਮੰਦਰ ਹੈ ਉਸ ਨੂੰ ਕਈ ਵਾਰੀ ਲੁੱਟਿਆ ਗਿਆ, ਕਈ ਵਾਰੀ ਧਾੜਵੀ ਉਹਦੇ ਤੇ ਚੜ੍ਹ ਕੇ ਆਏ ਨੇ, ਪਰ ਇੱਕ ਵਾਰੀ ਵੀ ਉੱਥੇ ਮੌਜੂਦ ਜਿਹੜੇ ਪੁਜਾਰੀ ਸਨ ਜਾਂ ਪੰਡਤ ਸਨ ਉਹਨਾਂ ਨੇ ਧਾੜਵੀਆਂ ਦਾ ਜਾਂ ਲੁਟੇਰਿਆਂ ਦਾ ਕਦੀ ਜਵਾਬ ਨਹੀਂ ਦਿੱਤਾ। ਉਹਨਾਂ ਲੋਕਾਂ ਨੇ ਇਹ ਸਮਝਿਆ ਸੀ ਵੀ ਸ਼ਾਇਦ ਸਿੱਖਾਂ ਦੇ ਅਸੀਂ ਧਾਰਮਿਕ ਸਥਾਨ ਨੂੰ ਢਹਿ ਢੇਰੀ ਕਰ ਦੇਵਾਂਗੇ ਤੇ ਸਿੱਖ ਕੌਮ ਵੀ ਸਾਡੇ ਵਾਂਗ ਜਰ ਲਵੇਗੀ। ਪਰ ਸਿੱਖ ਕੌਮ ਕਿਉਂਕਿ ਇੱਕ ਵੱਖਰੀ ਕੌਮ ਹੈ, ਹਿੰਦੂ ਜਿਹੜਾ ਧਰਮ ਹੈ ਉਹ ਅਲੱਗ ਧਰਮ ਹੈ। ਸਿੱਖ ਕੌਮ ਮੁੱਢ ਤੋਂ ਹੀ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਜੁੜਿਆ ਰਿਹਾ ਹੈ, ਦਰਬਾਰ ਸਾਹਿਬ ਦੇ ਨਾਲ ਸਿੱਖਾਂ ਨੂੰ ਨਿਹ ਰਿਹਾ ਹੈ। ਬਹੁਤ ਪ੍ਰਸਿੱਧ ਕਵੀ ਹੋਏ ਨੇ ਸਿੱਖ ਕੌਮ ਦੇ ਪ੍ਰੋਫੈਸਰ ਪੂਰਨ ਸਿੰਘ। ਉਹ ਲਿਖਦੇ ਨੇ, ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ ਕਰਨ ਵੇਲੇ ਗੁਰੂ ਕਿਆ ਸਿੱਖਾ, ਸੈਲਾਬਾਂ ਉੱਤੇ ਸੰਭਲ ਸੰਭਲ ਕੇ ਕਦਮ ਰੱਖੀ। ਇੱਕ ਸੱਜਣ ਨੇ ਜਾ ਕੇ ਪੁੱਛਿਆ ਸੀ ਕੀ ਕਾਰਨ ਹੈ ਕਿ ਸੈਲਾਬਾਂ ਤੇ ਪੱਥਰਾਂ ਤੇ ਜੋ ਕਦਮ ਹੈ ਸੰਭਲ ਸੰਭਲ ਕੇ ਰੱਖਣਾ ਹੈ। ਤਾਂ ਉਸ ਗੁਰੂ ਸਵਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਜਵਾਬ ਦਿੱਤਾ ਸੀ, ਕਿਉਂਕਿ ਆਪਣੇ ਪੈਰਾਂ ਦੇ ਹੇਠਾਂ ਤੂੰ ਪੱਥਰ ਨਾ ਜਾਣੀ, ਸੈਲਾਬ ਨਾ ਜਾਣੀ, ਹਰ ਇੱਕ ਸੈਲਾਬ ਹੇਠਾਂ ਸੈਂਕੜੇ ਸ਼ਹੀਦ ਸਿੰਘਾਂ ਦੇ ਸਿਰ ਹਨ। ਦਰਬਾਰ ਸਾਹਿਬ ਦਾ ਕੰਪਲੈਕਸ ਉਹ ਸਥਾਨ ਹੈ ਜਿੱਥੇ ਸ਼ੁਰੂ ਤੋਂ ਹੀ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਆਪਣੇ ਇਸ ਪਵਿੱਤਰ ਗੁਰਧਾਮ ਦੀ ਕਈ ਵਾਰੀ ਰੱਖਿਆ ਵੀ ਕੀਤੀ ਹੈ। ਕਈ ਵਾਰੀ ਸ਼੍ਰੀ ਦਰਬਾਰ ਸਾਹਿਬ ਨੂੰ ਢਾਇਆ ਗਿਆ ਤੇ ਸਿੱਖਾਂ ਨੇ ਦੁਬਾਰਾ ਆਪਣੀ ਬਹਾਦਰੀ, ਆਪਣੀ ਅਣਖ ਦੇ ਨਾਲ ਉਥੋਂ ਹਮਲਾਵਰਾਂ ਨੂੰ ਭਜਾਇਆ ਵੀ ਤੇ ਦਰਬਾਰ ਸਾਹਿਬ ਨੂੰ ਦੁਬਾਰਾ ਪਰਤ ਕੇ ਬਣਾਇਆ ਵੀ ਹੈ। ਦਰਬਾਰ ਸਾਹਿਬ ਦੇ ਨਾਲ ਸਿੱਖਾਂ ਦਾ ਜਿਹੜਾ ਨੇਹ ਹੈ ਉਹ ਅੰਦਰ ਦਾ ਹੈ। ਸਿੱਖ ਗੁਰੂ ਦੀ ਗੋਦ ਨੂੰ ਇੱਕ ਐਸੀ ਥਾਂ ਮੰਨਦੇ ਨੇ ਜਿੱਥੇ ਜਾ ਕੇ ਸਿੱਖਾਂ ਨੂੰ ਬਾਹਰੀ ਹਕੂਮਤ ਦਾ, ਸਿੱਖਾਂ ਨੂੰ ਕਿਸੇ ਬਾਹਰੀ ਤਾਕਤ ਦਾ ਕੋਈ ਡਰ ਨਹੀਂ ਰਹਿੰਦਾ। ਸਿੱਖ ਇਹ ਮੰਨਦੇ ਨੇ ਕਿ ਗੁਰੂ ਦੀ ਗੋਦ ਵਿੱਚ ਜਾ ਕੇ ਸਾਡੇ ਸਾਰੇ ਡਰ ਮੁੱਕ ਜਾਂਦੇ ਨੇ। ਇਹੀ ਕਾਰਨ ਹੈ ਹਕੂਮਤ ਭਾਵੇਂ ਮੁਗਲੀ ਹੋਵੇ, ਭਾਵੇਂ ਅਬਦਾਲੀ ਹੋਵੇ, ਭਾਵੇਂ ਨਾਦਰ ਸ਼ਾਹ ਹੋਵੇ ਤੇ ਭਾਵੇਂ ਅੰਗਰੇਜ਼ ਤੇ ਭਾਵੇਂ ਇਹ ਹਿੰਦ ਹਕੂਮਤ ਹੋਵੇ, ਇਹਨਾਂ ਨੇ ਯਤਨ ਕੀਤਾ ਵੀ ਕਿਉਂ ਨਾ ਗੁਰੂ ਦੀ ਐਸੀ ਗੋਦ ਨੂੰ ਹੀ ਖਤਮ ਕਰ ਦਿੱਤਾ ਜਾਵੇ ਜਿਸ ਗੋਦ ਦੇ ਵਿੱਚ ਬਹਿ ਕੇ ਸਿੱਖ ਜਿਹੜੇ ਨੇ ਨਿਰਭਉ ਹੋ ਜਾਂਦੇ ਨੇ, ਉਹਨਾਂ ਨੂੰ ਡਰ ਕੋਈ ਨਹੀਂ ਰਹਿੰਦਾ। ਇਸੇ ਕਰਕੇ ਅਹਿਮਦ ਸ਼ਾਹ ਅਬਦਾਲੀ ਨੇ ਕਈ ਵਾਰੀ ਦਰਬਾਰ ਸਾਹਿਬ ਨੂੰ ਢਾਇਆ ਹੈ। ਇਸੇ ਕਰਕੇ ਹੀ ਜ਼ਕਰੀਆ ਖਾਨ ਨੇ ਵੀ ਦਰਬਾਰ ਸਾਹਿਬ ਦੀ ਚੌਗਿਰਦੇ ਚਾਰੇ ਪਾਸੇ ਤੋਂ ਨਾਕੇਬੰਦੀ ਕੀਤੀ ਸੀ। ਇਸੇ ਕਰਕੇ ਅੰਗਰੇਜ਼ਾਂ ਨੇ ਵੀ ਇਹ ਯਤਨ ਕੀਤਾ ਸੀ ਕਿ ਦਰਬਾਰ ਸਾਹਿਬ ਸਾਡੇ ਕਿਤੇ ਅਧੀਨ ਹੋ ਜਾਵੇ, ਸਰਕਾਰ ਦਾ ਹੀ ਕਬਜ਼ਾ ਹੋ ਜਾਵੇ। ਥੋੜ੍ਹੇ ਬਹੁਤੇ ਉਹਨਾਂ ਨੇ ਯਤਨ ਵੀ ਕੀਤੇ। ਇਸੇ ਹੀ ਕਰਕੇ ਹਿੰਦ ਜਿਹੜੀ ਹਕੂਮਤ ਸੀ, ਜਿਹੜੀ ਬ੍ਰਾਹਮਣਵਾਦੀ ਸੋਚ ਸੀ, ਉਹਨਾਂ ਨੇ ਯਤਨ ਕੀਤਾ ਵੀ ਕਿਉਂ ਨਾ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਜਾਵੇ। ਪਰ ਸਾਡਾ ਜਿਹੜਾ ਵਿਰਸਾ ਹੈ, ਵੇਖੋ ਜੋ ਵਿਰਸਾ ਹੁੰਦਾ ਹੈ ਉਹ ਮਨੁੱਖ ਦੇ ਧੁਰ ਅੰਦਰ ਤੱਕ ਜੁੜਿਆ ਹੁੰਦਾ ਹੈ। ਵਿਰਸਾ ਸਾਨੂੰ ਇਹ ਦੱਸਦਾ ਹੈ ਵੀ ਸਿੱਖਾਂ ਨੇ ਆਪਣੇ ਗੁਰਧਾਮਾਂ ਦੇ ਉੱਤੇ ਕੋਈ ਜਿਹੜਾ ਹਮਲਾ ਹੈ ਉਹ ਸਹਿਣ ਨਹੀਂ ਕੀਤਾ। ਉਹਦੇ ਲਈ ਭਾਵੇਂ ਉਹਨਾਂ ਨੂੰ ਕਿੰਨੀਆਂ ਵੀ ਕੁਰਬਾਨੀਆਂ ਕਰਨੀਆਂ ਪੈਣ। ਜਦੋਂ ਆਪਣੇ ਇਤਿਹਾਸ ਦੇ ਵੱਲ ਪਿੱਛੇ ਨੂੰ ਵੇਖਦੇ ਹਾਂ, 80 ਸਾਲ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਖੰਡਾ ਖੜਕਾਉਂਦੇ ਨੇ, ਭਾਈ ਮਨੀ ਸਿੰਘ ਜੀ ਬੰਦ ਕਟਾਏ ਜਾਂਦੇ ਨੇ, ਔਰ
ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਵਾਰੀ ਹਮਲਾ ਕੀਤਾ, ਕਹਿੰਦੇ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਫੌਜੀ ਦਰਬਾਰ ਸਾਹਿਬ ਦੇ ਅੰਦਰ ਗਏ, ਅੰਦਰ 4 ਸਿੱਖ ਬੈਠੇ ਸਨ। ਉਹਨਾਂ ਨੇ ਸਿੱਖਾਂ ਨੂੰ ਆਖਿਆ ਵੀ ਬਾਹਰ ਨਿਕਲ ਜਾਓ, ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ। ਸਿੱਖਾਂ ਨੇ ਆਖਿਆ ਸੀ ਤੁਸੀਂ ਕੌਣ ਜੇ ਕੱਢਣ ਵਾਲੇ, ਇਹ ਸਾਡੇ ਗੁਰੂ ਦਾ ਧਾਮ ਹੈ ਤੇ ਅਸੀਂ ਇਸ ਦੀ ਸੇਵਾ ਸੰਭਾਲਦੇ ਲਈ ਟਹਿਲੂ ਹਾਂ, ਪਹਿਰੇਦਾਰ ਹਾਂ, ਇਸ ਕਰਕੇ ਤੁਸੀਂ ਸਾਨੂੰ ਨਹੀਂ ਕੱਢ ਸਕਦੇ। ਉਸ ਵੇਲੇ ਦੇ ਸਮਕਾਲੀ ਮੁਸਲਮਾਨ ਇਤਿਹਾਸਕਾਰਾਂ ਨੇ ਕਿਹਾ ਉਹ ਚਾਰੇ ਸਿੱਖਾਂ ਨੇ ਤਲਵਾਰਾਂ ਤੇਗਾਂ ਕੱਢ ਲਈਆਂ, ਉਹਨਾਂ ਚਿਰ ਤੱਕ ਲੜਦੇ ਰਹੇ ਜਿੰਨਾ ਚਿਰ ਤੱਕ ਉਹਨਾਂ ਵਿੱਚ ਸਾਹ ਸਨ। ਇੱਕ ਵੀ ਸਿੱਖ ਨੇ ਉਥੋਂ ਭੱਜਣ ਦੀ ਜਾਂ ਦੌੜਨ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਸਾਡਾ ਪੁਰਾਤਨ ਵਿਰਸਾ ਹੈ। ਇਸੇ ਹੀ ਵਿਰਸੇ ਦੇ ਕਾਰਨ ਜਦੋਂ ਵੀ ਕਿਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਹੈ ਜਾਂ ਦਰਬਾਰ ਸਾਹਿਬ ਦੇ ਅੰਦਰ ਕੁਕਰਮ ਹੋਏ ਨੇ, ਉਹ ਭਾਵੇਂ ਕਰਨ ਵਾਲਾ ਮੱਸਾ ਰੰਗੜ ਹੋਵੇ ਤੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਵਰਗੇ ਜਿਹੜੇ ਨੇ ਉਹਦਾ ਜਾ ਕੇ ਸਿਰ ਕੱਟ ਕੇ ਲਿਆਉਂਦੇ ਰਹੇ ਨੇ। ਸਿੱਖ ਮਹਾਨ ਵਿਦਵਾਨ ਸਰਦਾਰ ਕਪੂਰ ਸਿੰਘ ਜੀ ਦੇ ਸ਼ਬਦਾਂ ਵਿੱਚ ਸੰਸਾਰ ਇਤਿਹਾਸ ਅੰਦਰਲੇ ਧਾਰਮਿਕ ਜਾਂ ਰਾਜਸੀ ਕੇਂਦਰਾਂ ਵਿੱਚ ਦਰਬਾਰ ਸਾਹਿਬ ਦੀ ਹੈਸੀਅਤ ਅਤੇ ਰੁਤਬਾ ਜਿਹੜਾ ਹੈ ਉਹ ਬੜਾ ਅਨੂਠਾ ਹੈ। ਇਹ ਸਿੱਖਾਂ ਦਾ ਮੱਕਾ ਹੈ ਕਿਉਂਕਿ ਇਹ ਸਿੱਖਾਂ ਦਾ ਧਾਰਮਿਕ ਮਰਕਜ਼ ਹੈ, ਪਰ ਇਸ ਨਾਲੋਂ ਵੱਧ ਹੋਰ ਵੀ ਹੈ। ਇਹ ਰੋਮ ਦਾ ਸਟੇਟ ਪੀਟਰਜ ਹੈ ਕਿਉਂਕਿ ਇਹ ਸਿੱਖਾਂ ਦੀ ਦੀਨੀ ਬਾਦਸ਼ਾਹੀ ਹੈ, ਪਰ ਇਹ ਇਸ ਨਾਲੋਂ ਵੱਧ ਕੇ ਹੋਰ ਵੀ ਬਹੁਤ ਕੁਝ ਹੈ, ਨਾਲ ਹੀ ਕੁਝ ਘੱਟ ਤੇ ਬਹੁਤ ਜ਼ਿਆਦਾ ਵੱਖਰਾ ਵੀ ਹੈ। ਸਿੱਖ ਧਰਮ ਵਿੱਚ ਕਿਸੇ ਸਥਾਪਿਤ ਪੁਜਾਰੀ ਵਰਗ ਦੀ ਕੋਈ ਵਿਵਸਥਾ ਨਹੀਂ, ਇਸ ਕਰਕੇ ਸਿੱਖਾਂ ਦੀ ਅਜਿਹੀ ਕੋਈ ਮਜ਼ਹਬੀ ਜਨੂਨੀ ਰਾਜਸੀ ਰਿਆਸਤ ਨਹੀਂ ਹੋ ਸਕਦੀ ਜਿੱਥੇ ਪੁਜਾਰੀ ਅਦ੍ਰਿਸ਼ਟ ਪ੍ਰਮਾਤਮਾ ਦੇ ਨਾਂ ਤੇ ਆਪਣਾ ਹੁਕਮ ਚਲਾ ਸਕਣ। ਉਹਨਾਂ ਸਿੱਖਾਂ ਕੋਲ ਦੈਵੀ ਤੌਰ ਤੇ ਪ੍ਰਗਟ ਤੇ ਪ੍ਰਵਾਨਿਤ ਸ਼ਹਿਰੀ ਕਾਨੂੰਨ ਦੀ ਕੋਈ ਸੈਂਚੀ ਨਹੀਂ, ਇਸ ਕਰਕੇ ਉਹਨਾਂ ਨੂੰ ਧਰਮ ਨਿਰਪੱਖ ਸੈਕੂਲਰ ਅਤੇ ਗੈਰ ਧਰਮਤੰਤਰੀ ਕਾਨੂੰਨਾਂ ਤੇ ਆਧਾਰਿਤ ਰਾਜ ਉਸਾਰਨਾ ਪੈਣਾ ਹੈ। ਇਹ ਸੇਂਟ ਪੀਟਰਜ ਨਾਲੋਂ ਕੁਝ ਵੱਧ ਇਸ ਕਰਕੇ ਹੈ ਕਿ ਮੌਜੂਦਾ ਘੜੀ ਵਿੱਚ ਰਾਜਸੀ ਤੰਤਰ ਭਾਵੇਂ ਕੋਈ ਵੀ ਹੋਵੇ, ਸਿੱਖਾਂ ਦੀ ਅਖੀਰੀ ਆਸਥਾ ਦਾ ਅਸਲੀ ਠਿਕਾਣਾ ਰਾਜਧਾਨੀ ਦਰਬਾਰ ਸਾਹਿਬ ਹੀ ਹੈ। ਇਹ ਸਿੱਖਾਂ ਦਾ ਵਾਰਾਣਸੀ ਜਾਂ ਬਨਾਰਸ ਹੈ ਕਿਉਂਕਿ ਇਹ ਸਿੱਖ ਮੱਤ ਦਾ ਪਰਮ ਪਵਿੱਤਰ ਸਥਾਨ ਹੈ, ਪਰ ਅਸਲ ਵਿੱਚ ਇਹ ਵੀ ਨਹੀਂ ਹੈ ਕਿਉਂਕਿ ਇਹ ਖਰਾ ਸਿੱਖ ਸਿਧਾਂਤ ਕਿਸੇ ਅਜਿਹੀ ਪਰੰਪਰਾ ਜਾਂ ਵਿਸ਼ਵਾਸ ਨੂੰ ਨਹੀਂ ਮੰਨਦਾ ਜੋ ਰੱਬੀ ਨੂਰ ਨੂੰ ਭੰਗੋਲ ਨਾਲ ਬੰਨ੍ਹਦਾ ਹੋਵੇ। ਇਹ ਸਿੱਖ ਧਰਮ ਦਾ ਜੂਰੋਸ਼ਲਮ ਹੈ ਕਿਉਂਕਿ ਸਿੱਖ ਧਰਮ ਦੇ ਖੁਦਾਈ ਆਗਮਨ ਦਾ ਇਤਿਹਾਸਕ ਕੇਂਦਰ ਹੈ, ਪਰ ਅਸਲ ਵਿੱਚ ਇਹ ਕੁਝ ਇਹ ਵੀ ਨਹੀਂ ਹੈ, ਇਹ ਉਸ ਨਾਲੋਂ ਵੀ ਕਿਤੇ ਜ਼ਿਆਦਾ ਵੱਧ ਹੈ। ਦਰਬਾਰ ਸਾਹਿਬ ਦੇ ਨਾਲ ਸਿੱਖ ਮੁੱਢ ਤੋਂ ਜੁੜੇ ਰਹੇ ਨੇ। ਭਾਵੇਂ ਕਿੰਨੀ ਵਾਰੀ ਦਰਬਾਰ ਸਾਹਿਬ ਨੂੰ ਢਾਇਆ ਗਿਆ, ਵਕਤ ਭਾਵੇਂ ਕਿੰਨੇ ਵੀ ਖਰਾਬ ਆਏ, ਪਰ ਫਿਰ ਵੀ ਸਿੱਖ ਜਿਹੜੇ ਨੇ ਵੈਸਾਖੀ ਤੇ ਬੰਦੀ ਛੋੜ ਦਾ ਦਿਹਾੜਾ ਦਰਬਾਰ ਸਾਹਿਬ ਜਾ ਕੇ ਮਨਾਉਂਦੇ ਰਹੇ ਨੇ। ਭਾਵੇਂ ਵੱਡਾ ਘੱਲੂਘਾਰਾ ਵੀ ਹੋ ਗਿਆ, ਪਰ ਉਸੇ ਹੀ ਸਾਲ ਸਿੱਖ ਦਰਬਾਰ ਸਾਹਿਬ ਗਏ ਸਨ। 1984 ਦੇ ਅੰਦਰ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਸਰਕਾਰ ਜਿਹੜੀ ਸੀ ਹਿੰਦ ਹਕੂਮਤ ਸਿੱਖਾਂ ਦੇ ਇਸ ਵਿਰਸੇ ਨੂੰ ਪੂਰਨ ਤੌਰ ਤੇ ਸਮਝ ਨਹੀਂ ਸਕੀ ਵੀ ਅਸੀਂ ਜਿਸ ਦਰਬਾਰ ਸਾਹਿਬ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਦਰਬਾਰ ਸਾਹਿਬ ਸਿੱਖ ਯਾਦ ਅੰਦਰ ਅਤੇ ਸਿੱਖ ਹਿਰਦਿਆਂ ਦੇ ਵਿੱਚ ਵੀ ਵਸਦਾ ਹੈ। ਇਸ ਕਰਕੇ ਜੇ ਅਸੀਂ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਂਗੇ ਤੇ ਇਹਦੇ ਜਿਹੜੇ ਸਿੱਟੇ ਨੇ ਉਹ ਸਦਾ ਦੇ ਲਈ ਬਹੁਤ ਭਿਆਨਕ ਹੋਣਗੇ ਅਤੇ ਇਸ ਦੇ ਸਿੱਟੇ ਵਜੋਂ ਇਹ ਜਿਹੜਾ ਮੁਲਕ ਹੈ ਇੱਕ ਦਿਨ ਇਹਦੇ ਟੁਕੜੇ ਟੁਕੜੇ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।